ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਇੱਕ ਵਾਰ ਫਿਰ ਤੋਂ ਪਨੂ ਸਾਹਿਬ ਆਪਣੇ ਨਾਲ ਨੇ ਤੇ ਇਸ ਵਕਤ ਦੀਆਂ ਖਾਸ ਖਬਰਾਂ 'ਤੇ ਗੱਲਬਾਤ ਕਰਾਂਗੇ। ਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰ। ਪਨੂ ਸਾਹਿਬ ਇਸ ਵਕਤ ਜਿਹੜੀ ਸਭ ਤੋਂ ਅਹਿਮ ਖਬਰ ਹੈ ਮਹਿੰਦਰਪਾਲ ਬਿੱਟੂ ਦੀ, ਉਹਦੇ ਬਾਰੇ ਦੋ ਕੁ ਸਵਾਲ ਬਣਦੇ ਨੇ, ਪਰ ਮੈਂ ਦੂਸਰੇ ਸਵਾਲ 'ਤੇ ਬਾਅਦ ਚਾਹੁੰਦਾ ਕਿ ਜਿਹੜਾ ਪਰਿਵਾਰ ਵੱਲੋਂ ਮੰਗਾਂ ਕੀਤੀਆਂ ਜਾ ਰਹੀਆਂ ਨੇ, ਪਹਿਲਾਂ ਥੋੜ੍ਹਾ ਜਿਹਾ ਇਹ ਸਮਝਾਓ ਕਿ ਇਸ ਵਕਤ ਬਿਆਨਬਾਜ਼ੀ ਬੜੀ ਤਰ੍ਹਾਂ ਦੀ ਚੱਲ ਰਹੀ ਹੈ। ਕੋਈ ਇਹਨੂੰ ਸਾਜ਼ਿਸ਼ ਕਹਿ ਰਿਹਾ, ਕੋਈ ਇਹਨੂੰ ਗੁੱਸੇ ਦਾ ਸ਼ਿਕਾਰ ਕਹਿ ਰਿਹਾ, ਕੋਈ ਕਿਸੇ ਹੋਰ ਰੂਪ ਦੇ ਵਿੱਚ ਬਿਆਨ ਕਰ ਰਿਹਾ। ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਆ? ਗੁਰਪ੍ਰੀਤ ਜੀ, ਜਿਹੜੇ ਸਿੱਖ ਨੇ ਜੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਵਾਲ ਨੂੰ ਸੁਣ ਕੇ, ਜਾਣ ਕੇ, ਵੇਖ ਕੇ ਹੱਦੋਂ ਵੱਧ ਜਜ਼ਬਾਤੀ ਹੁੰਦੇ ਆ। ਇਸ ਸਵਾਲ ਦੇ ਉੱਤੇ ਕਈ ਵਾਰੀ ਉਸ ਹੱਦ ਤੱਕ ਵੀ ਚੱਲ ਜਾਂਦੇ ਜਿਹਦੇ ਬਾਰੇ ਕਾਨੂੰਨ ਆਗਿਆ ਦਿੰਦਾ ਕਿ ਨਹੀਂ ਦਿੰਦਾ, ਇਹਦੇ ਬਾਰੇ ਸੋਚਣਾ ਤੱਕ ਨਹੀਂ ਚਾਹੁੰਦੇ ਜੀ। ਜਦੋਂ 4 ਸਾਲ ਪਹਿਲਾਂ ਘਟਨਾਵਾਂ ਵਾਪਰੀਆਂ ਸਨ, ਉਸ ਵਕਤ ਦੀ ਸਰਕਾਰ ਨੇ ਠੀਕ ਤਰ੍ਹਾਂ ਟੈਕਲ ਨਹੀਂ ਕੀਤਾ, ਸੰਭਾਲਿਆ ਨਹੀਂ। ਨਵੀਂ ਸਰਕਾਰ ਆ ਗਈ, ਇਹਨਾਂ ਨੇ ਆ ਕੇ ਕਮਿਸ਼ਨ ਬਣਾ ਦਿੱਤਾ। ਕਮਿਸ਼ਨ ਤੋਂ ਬਾਅਦ ਵਿਸ਼ੇਸ਼ ਜਾਂਚ ਕਮੇਟੀ ਬਣਾਤੀ। ਹੌਲੀ ਹੌਲੀ ਕੇਸ ਤਾਂ ਨੰਗਾ ਹੋ ਗਿਆ। ਇਹ ਤਾਂ ਪਤਾ ਲੱਗ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ ਜੀ ਜਿਹੜੇ ਬੰਦੇ ਲੱਗੇ ਸਨ, ਉਹਨਾਂ ਸਾਰਿਆਂ ਦਾ ਮੁਖੀ ਮਹਿੰਦਰਪਾਲ ਬਿੱਟੂ ਸੀ। ਜਦੋਂ ਇਹ ਗੱਲ ਨਿਕਲੀ ਕਿ ਬਿੱਟੂ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਆ ਔਰ ਉਹ ਵੀ ਸੀਨੀਅਰ ਮੈਂਬਰ ਆ ਜੀ, ਇਹਨੂੰ ਸਿਰਸੇ ਸੱਦ ਕੇ ਗੱਲ ਕੀਤੀ ਗਈ, ਡਿਊਟੀ ਲਾਈ ਗਈ, ਬੰਦਾ ਭੇਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਾਈ ਗਈ। ਉਸ ਬੀੜ ਨੂੰ ਇੱਕ ਥਾਂ 'ਤੇ ਪਾੜਿਆ ਗਿਆ। ਉਹਦੇ ਪੱਤਰੇ, ਜਿਨ੍ਹਾਂ ਨੂੰ ਸਿੱਖ ਭਾਈਚਾਰਾ ਗੁਰੂ ਸਾਹਿਬ ਦੇ ਅੰਗ ਕਹਿੰਦਾ, ਉਹ ਅੱਡ ਅੱਡ ਥਾਵਾਂ 'ਤੇ ਖਿਲਾਰੇ ਗਏ। ਇਹਦੇ ਜਦੋਂ ਇਹ ਸਾਬਤ ਹੋ ਗਿਆ ਤਾਂ ਇਹ ਫਿਰ ਭੱਜ ਗਿਆ ਜੀ। ਇਹ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਲਾਗੇ ਬਾਬੇ ਦਾ ਇੱਕ ਡੇਰਾ, ਉੱਥੇ ਜਾ ਕੇ ਲੁਕਿਆ ਸੀ। ਉੱਥੋਂ ਪੁਲਿਸ ਇਹਨੂੰ ਚੁੱਕ ਲਿਆ, ਜਾਂ ਕਿਤੇ ਇੱਥੇ ਆਉਂਦਾ ਫੜ ਲਿਆ, ਪਤਾ ਨਹੀਂ ਪੁਲਿਸ ਫੜਦੀ ਕਿਤੇ ਹੁੰਦੀ, ਪਾਉਂਦੀ ਕਿਤੇ ਹੁੰਦੀ ਹੈ ਜੀ। ਇਹ ਜਦੋਂ ਇਹਨੂੰ 2-4 ਥਾਵਾਂ 'ਤੇ ਲਿਜਾ ਕੇ ਵਿਖਾਇਆ ਗਿਆ ਮੌਕਾ, ਇਹਨੇ ਆਪ ਦੱਸਿਆ ਸੀ ਇੱਥੇ ਆਹ ਕੀਤਾ ਸੀ। ਇੱਕ ਥਾਂ 'ਤੇ ਪਿੰਡ ਵਾਲੇ ਵੀ ਇਕੱਠੇ ਹੋ ਗਏ। ਉੱਥੇ ਨੇ ਪਿੰਡ ਵਾਲਿਆਂ ਦੇ ਸਾਹਮਣੇ ਆਖਿਆ, ਜੀ ਗਲਤੀ ਤਾਂ ਮੇਰੇ ਤੋਂ ਹੋਈ ਹੈ, ਮੈਂ ਮਾਫੀ ਮੰਗਦਾ ਜੀ। ਇਹ ਉਹ ਗੱਲਾਂ ਜਿਹੜੀਆਂ ਅਖਬਾਰਾਂ 'ਚ ਆਈਆਂ। ਇਹ ਤੋਂ ਸਾਫ਼ ਸੀ ਕਿ ਇਹਦੇ ਉੱਤੇ ਸਿੱਖਾਂ ਦਾ ਇੱਕ ਵੱਡਾ ਹਿੱਸਾ ਬਹੁਤ ਕੌੜ ਬਣਾਉਂਦਾ ਹੋਵੇਗਾ ਜੀ। ਫਿਰ ਇਹੋ ਜਿਹੇ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ, ਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ ਇੱਥੇ ਹਮਲਾ ਹੋ ਸਕਦਾ। ਇਹਨੂੰ ਉਸੇ ਜੇਲ੍ਹ ਦੇ ਵਿੱਚ ਵੱਖਰੀ ਬੈਰਕ ਵਿੱਚ ਰੱਖਿਆ ਗਿਆ। ਬਾਹਰ ਟੀਵੀ ਸੈੱਟ ਲੈਣ ਗਿਆ ਤੇ ਦੋ ਬੰਦਿਆਂ ਨੇ ਫੜ ਕੇ ਕੁੱਟ ਕੇ ਮਾਰਤਾ ਜੀ। ਕੁਝ ਲੋਕ ਕਹਿੰਦੇ ਮਾਰਤਾ, ਠੀਕ ਕੀਤਾ। ਹਿੰਦੁਸਤਾਨ 'ਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ। ਕਾਨੂੰਨ ਦਾ ਰਾਜ ਕੀ ਕਹਿੰਦਾ? ਜਦ ਤੱਕ ਕਿਸੇ ਬੰਦੇ ਨੂੰ ਫਾਂਸੀ ਦਾ ਹੁਕਮ ਨਹੀਂ ਹੋਇਆ, ਜਦ ਤੱਕ ਉਹਦਾ ਡੈਥ ਵਾਰੰਟ ਜਾਰੀ ਨਹੀਂ ਹੁੰਦਾ, ਅਦਾਲਤ ਇਹ ਡਿਕਲੇਅਰਿੰਗ ਕਰਦੀ ਕਿ ਇਸ ਬੰਦੇ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਸੈਕਿੰਡ ਤੇ ਫਲਾਨੀ ਜੇਲ੍ਹ ਵਿੱਚ ਫਾਂਸੀ ਲਾਇਆ ਜਾਵੇਗਾ, ਫਲਾਣੇ ਆਫਿਸਰ ਤੇ ਜੇਲ੍ਹ ਦਾ ਫਲਾਣਾ ਡਾਕਟਰ ਕੋਲ ਰਹਿਣਗੇ ਤੇ ਫਲਾਣਾ ਜਲਾਦ ਹੋਵੇਗਾ ਜੀ। ਜਦ ਤੱਕ ਇਹ ਨਹੀਂ ਤੈਅ ਕੀਤਾ ਜਾਂਦਾ, ਉਹਨਾਂ ਚਿਰ ਤੱਕ ਉਸ ਮੌਤ ਦੀ ਸਜ਼ਾ ਵਾਲੇ ਬੰਦੇ ਦੀ ਰਾਖੀ ਵੀ ਦੇਸ਼ ਦੇ ਕਾਨੂੰਨ ਨੂੰ ਕਰਨੀ ਪੈਂਦੀ ਆ। ਅਜੇ ਪਿਛਲੇ ਹਫ਼ਤੇ ਦੀ ਗੱਲ ਹੈ, ਸਾਡੇ ਹਾਈ ਕੋਰਟ ਦੇ ਜੱਜ ਸਾਹਿਬ, ਚੀਫ ਜਸਟਿਸ ਜੀ, ਕਿਸੇ ਥਾਂ 'ਤੇ ਗਏ ਸੀ। ਉੱਥੇ ਗੱਲ ਉੱਠ ਪਈ, ਜੀ ਫਲਾਣਾ ਬੰਦਾ, ਉਹਨੇ ਵਕੀਲ ਦਾ ਕਤਲ ਕੀਤਾ, ਉਹਦੇ ਕੇਸ ਦੇ ਵਿੱਚ ਕੋਈ ਵਕੀਲ ਪੇਸ਼ ਨਹੀਂ ਹੋਣਾ ਚਾਹੀਦਾ ਜੀ। ਤੇ ਚੀਫ ਜਸਟਿਸ ਨੇ ਆਖਿਆ, ਮੇਰੇ ਉੱਤੇ ਵੀ ਕੁਝ ਹਮਲਾ ਹੋ ਜੇ, ਵਕੀਲ ਫਿਰ ਵੀ ਪੇਸ਼ ਹੋਣਾ ਚਾਹੀਦਾ, ਕਿਉਂਕਿ ਦੇਸ਼ ਦਾ ਕਾਨੂੰਨ ਇਹ ਕਹਿੰਦਾ ਕਿ ਜਿਹੜੇ ਵੀ ਦੋਸ਼ੀ ਨੂੰ ਸਜ਼ਾ ਦੇਣੀ ਹੈ, ਸਜ਼ਾ ਦੇਣ ਤੋਂ ਪਹਿਲਾਂ ਉਹਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣਾ ਚਾਹੀਦਾ ਜੀ। ਅਜਮਲ ਅਮਰ ਕਸਾਬ ਇੱਥੇ ਹਮਲਾ ਕਰਨ ਆਇਆ, ਪਾਕਿਸਤਾਨ ਤੋਂ ਫੜਿਆ ਗਿਆ, ਜਿਉਂਦਾ ਫੜਿਆ ਗਿਆ, ਔਰ ਫੜਿਆ ਉਦੋਂ ਗਿਆ ਜਦੋਂ 2-3 ਪੁਲਿਸ ਵਾਲੇ ਵੀ ਮਾਰੇ ਗਏ। ਇਹਦੇ ਬਾਵਜੂਦ ਉਹਨੂੰ ਜਾ ਕੇ ਉਸ ਵੇਲੇ ਗੋਲੀ ਮਾਰ ਕੇ ਸ਼ੂਟ ਨਹੀਂ ਸੀ ਕੀਤਾ ਗਿਆ, ਮਾਰਿਆ ਨਹੀਂ ਸੀ ਗਿਆ ਜੀ। ਉਹਨੂੰ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਉਹਨੇ ਪਾਕਿਸਤਾਨ ਹਾਈ ਕਮਿਸ਼ਨ ਤੋਂ ਵਕੀਲ ਮੰਗਿਆ, ਉਹਨਾਂ ਜਵਾਬ ਨਹੀਂ ਦਿੱਤਾ। ਭਾਰਤ ਸਰਕਾਰ ਨੇ ਆਪਣੇ ਖਰਚੇ 'ਤੇ ਉਹਨੂੰ ਵਕੀਲ ਸੈਸ਼ਨ ਕੋਰਟ 'ਚ ਵੀ ਕਰਕੇ ਦਿੱਤਾ, ਜਿਹਨੂੰ ਵਿਸ਼ੇਸ਼ ਕੋਰਟ ਕਹਿੰਦੇ ਸੀ, ਅੱਤਵਾਦ ਵਿਰੋਧੀ ਅਦਾਲਤ, ਹਾਈ ਕੋਰਟ 'ਚ ਵੀ ਕਰਕੇ ਦਿੱਤਾ, ਸੁਪਰੀਮ ਕੋਰਟ 'ਚ ਵੀ ਕਰਕੇ ਦਿੱਤਾ, ਭਾਰਤ ਸਰਕਾਰ ਨੇ ਕਰਕੇ ਦਿੱਤਾ ਸੀ। ਮਹਿੰਦਰਪਾਲ ਦੇ ਕੇਸ ਵਿੱਚ ਵੀ ਜੋ ਕਾਨੂੰਨੀ ਪ੍ਰਕਿਰਿਆ ਸੀ ਉਹ ਚੱਲਦੀ ਪਈ ਸੀ। ਉਹਦੇ ਦੌਰਾਨ ਇਹ ਜੋ ਕੁਝ ਹੋ ਗਿਆ, ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਕਾਨੂੰਨ ਤੋਂ ਬਾਹਰ ਦੀ ਗੱਲ ਹੋਈ ਹੈ ਜੀ। ਪਰ ਹੋ ਗਿਆ ਇਸ ਕਰਕੇ ਕਿ ਸਾਡੀਆਂ ਜੇਲ੍ਹਾਂ ਦਾ ਪ੍ਰਬੰਧ ਕੀ ਹੈ। ਕਾਂਗਰਸੀ ਅਕਾਲੀਆਂ ਨੂੰ ਮਿਹਣੇ ਦਿੰਦੇ ਆ, ਤੁਹਾਡੇ ਵੇਲੇ ਨਾਭਾ ਜੇਲ੍ਹ ਟੁੱਟੀ ਸੀ, ਉਹ ਕਹਿੰਦੇ ਤੁਹਾਡੇ ਵੇਲੇ ਮਹਿੰਦਰਪਾਲ ਬਿੱਟੂ ਮਾਰਿਆ ਗਿਆ। ਤੇ ਪ੍ਰਬੰਧ ਦੇ ਉੱਤੇ ਅਫਸਰ ਕੌਣ ਨੇ? ਉਹੀ ਪਹਿਲਾਂ ਹੁੰਦੇ ਸੀ, ਉਹੀ ਹੋਣੇ ਆ ਜੀ। ਉਹ DIG ਲਖਵਿੰਦਰ ਸਿੰਘ ਜਾਖੜ ਹੈ,
ਜਿਹਦੇ ਖਿਲਾਫ ਅਕਾਲੀ ਸਰਕਾਰ ਵੇਲੇ ਵੀ ਦੋਸ਼ ਲੱਗਦੇ ਸੀ, ਹੁਣ ਵੀ ਲੱਗਦੇ ਪਏ। ਹੁਣੇ ਅਜੇ ਹਾਈ ਕੋਰਟ ਨੇ ਇੱਕ ਕੇਸ ਚੱਕਿਆ ਤੇ ਪਰਚਾ ਦਰਜ ਕਰੋ ਜੀ। ਇੱਦਾਂ ਦੇ ਹੋਰ ਨੇ। ਇਹ ਜੋ ਕੁਝ ਜੇਲ੍ਹਾਂ 'ਚ ਹੋ ਰਿਹਾ ਉਹਦੇ ਬਾਰੇ ਨਾ ਪਿਛਲੀ ਸਰਕਾਰ ਲੋਕਾਂ ਦਾ ਮਨ ਸਾਫ਼ ਕਰ ਸਕੀ, ਨਾ ਹੁਣ ਕਰ ਸਕੀ ਹੈ ਜੀ। ਇੱਕ ਕਤਲ ਹੋ ਗਿਆ, ਕਤਲ ਕਰਨ ਵਾਲੇ ਕਹਿ ਸਕਦੇ ਕਿ ਅਸੀਂ ਧਾਰਮਿਕ ਪੱਖ ਤੋਂ ਸਾਡੀਆਂ ਭਾਵਨਾਵਾਂ ਦੁਖੀ ਸੀ, ਪਰ ਸਰਕਾਰ ਤਾਂ ਨਹੀਂ ਇਹ ਕਹਿ ਸਕਦੀ। ਜੀ। ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਭਾਵੇਂ ਉਸ ਬੰਦੇ ਨੂੰ ਕੱਲ੍ਹ ਨੂੰ ਅਦਾਲਤ ਫਾਂਸੀ ਵੀ ਲਾ ਦਿੰਦੀ, ਹੁਣ ਜੋ ਮਰਜ਼ੀ ਸਜ਼ਾ ਦਿੰਦੀ, ਇਸ ਕੇਸ ਵਿੱਚ ਫਾਂਸੀ ਤਾਂ ਲੱਗਣੀ ਨਹੀਂ ਸੀ, ਪਰ ਜੋ ਵੀ ਸਜ਼ਾ ਦਿੰਦੀ, ਕਾਨੂੰਨ ਸਜ਼ਾ ਦਿੰਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹਨੂੰ ਪ੍ਰੋਟੈਕਟ ਕਰਦੀ। ਸਰਕਾਰ ਇਸ ਕੰਮ 'ਚ ਫੇਲ ਹੋਈ ਹੈ। ਅੱਛਾ ਪਰ ਸਾਹਿਬ, ਇਹਦਾ ਦੂਸਰਾ ਪੱਖ ਵੀ ਹੈ, ਕਿਉਂਕਿ ਹੁਣ ਡੇਰਾ ਪ੍ਰੇਮੀ ਜਿਹੜੇ ਨੇ ਬਹੁਤ ਵੱਡੀ ਗਿਣਤੀ 'ਚ ਇਕੱਠੇ ਹੋਏ ਆ, ਪਲੱਸ ਉਹਨਾਂ ਦੀ ਮੰਗ ਉਹੀ ਹੈ ਕਿ ਵੀ ਇੱਕ ਤਾਂ ਜਿਹੜੇ ਸਾਜ਼ਿਸ਼ਕਰਤਾ ਨੇ ਉਹਨਾਂ ਤੱਕ ਪਹੁੰਚਿਆ ਜਾਵੇ, ਅਤੇ ਦੂਸਰਾ ਇਹ ਕਿ ਵੀ ਜਿਹੜੇ ਪਰਚੇ ਕੀਤੇ ਗਏ ਅਤੇ ਉਹਨਾਂ ਨੂੰ ਝੂਠਾ ਫਸਾਇਆ ਗਿਆ, ਉਹ ਸਾਰੇ ਕੁਛ ਨੂੰ ਵੀ ਉਹਨਾਂ 'ਚੋਂ ਬਰੀ ਕੀਤਾ ਜਾਵੇ। ਹੁਣ ਇਹ ਗੱਲ ਥੋੜ੍ਹੀ ਜਿਹੀ ਸਮਝਾਓ ਕਿ ਮੰਗ ਕਿੰਨੀ ਕੁ ਜਾਇਜ਼ ਆ, ਅਤੇ ਪਲੱਸ ਇਹ ਕੀ ਵਾਕਈ ਇੱਦਾਂ ਲੱਗਦਾ ਕਿ ਵੀ ਝੂਠਾ ਫਸਾ ਦਿੱਤਾ ਗਿਆ ਹੋਊਗਾ? ਦੇਖੋ, ਪਹਿਲਾਂ ਤਾਂ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿਸੇ ਨੇ ਸਾਜ਼ਿਸ਼ ਕਰਕੇ ਹਮਲਾ ਕਰਾਇਆ ਹੋ। ਅਚਾਨਕ ਕੋਈ ਆਮੋ ਸਾਹਮਣੇ ਆ ਜਾਣ, ਕੋਈ ਬੰਦਾ ਗੁੱਸੇ 'ਚ ਆ ਕੇ ਕੰਮ ਕਰ ਸਕਦਾ। ਇਹ ਆਪੇ ਪੜਤਾਲ ਕੱਲ੍ਹ ਨੂੰ ਹੁੰਦੀ ਰਹੂ। ਮੌਤ ਹੋਈ ਹੈ ਮਹਿੰਦਰਪਾਲ ਬਿੱਟੂ ਦੀ, ਇਸ ਮੌਤ ਦੇ ਉਹਦਾ ਪਰਿਵਾਰ ਦੁਖੀ ਹੋ ਸਕਦਾ, ਉਹਦੇ ਸਾਥੀ ਦੁਖੀ ਹੋ ਸਕਦੇ ਜੀ। ਪਰ ਜੋ ਕੁਝ ਪਹਿਲਾਂ ਹੋ ਗਿਆ ਉਹ ਸਾਰਾ ਕੁਝ ਗਲਤ ਕਰਾਰ ਥੋੜ੍ਹਾ ਦਿੱਤਾ ਜਾ ਸਕਦਾ ਜੀ। ਮਹਿੰਦਰਪਾਲ ਬਿੱਟੂ ਦੇ ਕੇਸ ਵਿੱਚ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੇ ਜੋ ਇਸ਼ਾਰੇ ਕੀਤੇ, ਉਹਨਾਂ ਰਿਪੋਰਟਾਂ ਤੋਂ ਬਾਅਦ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ, ਉਸ ਵਿਸ਼ੇਸ਼ ਜਾਂਚ ਟੀਮ ਨੇ ਸਬੂਤ ਵੀ ਇਕੱਠੇ ਕੀਤੇ, ਸਾਰਾ ਕੁਝ ਇਕੱਠਾ ਕੀਤਾ, ਅਤੇ ਮਹਿੰਦਰਪਾਲ ਬਿੱਟੂ ਨੂੰ ਫਿਰ ਫੜਿਆ ਗਿਆ। ਜੀ। ਉਹਦੇ ਨਾਲ ਦਿਆਂ ਨੂੰ ਫਿਰ ਫੜਿਆ ਗਿਆ। ਉਹ ਸਾਰਾ ਕੁਝ ਜੋ ਕੀਤਾ ਕਰਾਇਆ, ਉਹ ਸਾਰੇ ਦੇ ਉੱਤੇ ਕਾਂਟਾ ਥੋੜ੍ਹਾ ਮਾਰਿਆ ਜਾ ਸਕਦਾ। ਜੀ। ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ, ਕਤਲ ਵੱਖਰੇ ਤੌਰ ਦੇ ਉੱਤੇ ਡੀਲ ਕਰ ਲਿਆ ਜਾਵੇ। ਜੋ ਕਾਨੂੰਨੀ ਕੇਸ ਬਣਦਾ, ਉਹ ਬੰਦੇ ਫੜੇ, ਅਦਾਲਤ ਨੇ ਉਹਨਾਂ ਪੁਲਿਸ ਰਿਮਾਂਡ ਦੇ ਦਿੱਤਾ, ਆਪੇ ਬਾਅਦ 'ਚ ਵੇਖਿਆ ਜਾਵੇਗਾ ਕੀ ਬਣਦਾ। ਉਹ ਇੱਕ ਵੱਖਰਾ ਕੇਸ ਹੈ, ਪਰ ਇਹਦੇ ਨਾਲ ਜੋੜ ਕੇ ਇਹ ਆਖਿਆ ਜਾਵੇ ਕਿ ਸਾਡੀਆਂ ਸਾਰੀਆਂ ਸ਼ਰਤਾਂ ਮੰਨ ਲਓ। ਮਹਿੰਦਰਪਾਲ ਬਿੱਟੂ ਦਾ ਤਾਂ ਕਤਲ ਹੋ ਗਿਆ ਜੀ। ਬਾਕੀ ਜਿਨ੍ਹਾਂ ਤੇ ਕੇਸ ਬਣੇ ਸਾਰੇ ਕੇਸ ਰੱਦ ਕਰ ਦਿਓ। ਫਿਰ ਕੱਲ੍ਹ ਨੂੰ ਕੋਈ ਇਹ ਵੀ ਮੰਗ ਕਰ ਸਕਦਾ ਕਿ ਸੱਚੇ ਸੌਦੇ ਵਾਲੇ ਬਾਬੇ ਨੂੰ ਵੀ ਜੇਲ੍ਹ 'ਚੋਂ ਬਾਹਰ ਕੱਢ ਦਿਓ, ਜੀ। ਜਿਹਦੇ ਉੱਤੇ ਦੋ ਆਪਣੀਆਂ ਸਾਧਵੀਆਂ ਦੇ ਨਾਲ, ਆਪਣੀਆਂ ਸੇਵਕਾਵਾਂ ਦੇ ਨਾਲ ਬਲਾਤਕਾਰ ਦਾ ਦੋਸ਼ ਹੈ, ਜੀ। ਜਿਹਦੇ ਉੱਤੇ ਇਸ ਗੱਲ ਦਾ ਵੀ ਹੈ ਕਿ ਕਤਲ ਦਾ ਕੇਸ ਹੈ, ਅਦਾਲਤ ਨੇ ਸਜ਼ਾ ਦਿੱਤੀ ਹੈ। ਇਹ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਉਹਦੇ ਮਹਿੰਦਰਪਾਲ ਬਿੱਟੂ ਦੇ ਸਾਥੀ, ਸਮਰਥਕ, ਉਹਦਾ ਭਾਈਚਾਰਾ, ਉਹਦੇ ਡੇਰੇ ਵਾਲੇ, ਉਹਦੇ ਪਰਿਵਾਰ ਵਾਲੇ ਜੀ। ਮੰਗਾਂ ਕਿੰਨੀਆਂ ਕਰਦੇ, ਇਹ ਉਹਨਾਂ ਨੂੰ ਹੱਕ ਹੈ, ਕਰੀ ਜਾਣ। ਪਰ ਸਰਕਾਰਾਂ ਹਰ ਗੱਲ ਨਹੀਂ ਮੰਨ ਸਕਦੀਆਂ। ਸਰਕਾਰਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿਣਾ ਪੈਣਾ। ਜੀ। ਜੇ ਅਸੀਂ ਇਹ ਕਹਿੰਦੇ ਹਾਂ ਕਿ ਜੇਲ੍ਹ ਦੇ ਵਿੱਚ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਸੀ, ਜੇ ਅਸੀਂ ਕਹਿੰਦੇ ਹਾਂ ਕਿ ਜਦ ਤੱਕ ਕਾਨੂੰਨ ਨੇ ਉਹਨੂੰ ਸਜ਼ਾ ਨਹੀਂ ਦਿੱਤੀ, ਕਿਸੇ ਨੂੰ ਉਹਦਾ ਕਤਲ ਕਰਨ ਦਾ ਹੱਕ ਨਹੀਂ ਸੀ, ਜੇ ਅਸੀਂ ਇਹ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਕਤਲ ਕੀਤਾ ਸਰਕਾਰ ਉਹਨਾਂ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਕਰਦੀ ਹੈ ਕਰੇ, ਜੀ। ਤੇ ਫਿਰ ਇਹ ਵੀ ਹੈ ਕਿ ਇਹ ਲੋਕ ਵੀ ਕਾਨੂੰਨ ਦੇ ਘੇਰੇ 'ਚ ਰਹਿਣ, ਉਸ ਹੱਦ 'ਚ ਰਹਿਣ। ਕਾਨੂੰਨ ਤਾਂ ਪਹਿਲਾਂ ਵੀ ਬਥੇਰੀਆਂ ਢਿੱਲਾਂ ਦੇ ਚੁੱਕਾ। ਜੀ। ਜਿਸ ਦਿਨ ਸੱਚੇ ਸੌਦੇ ਵਾਲੇ ਬਾਬੇ ਨੂੰ ਗ੍ਰਿਫਤਾਰ ਕੀਤਾ ਗਿਆ, ਦੋਸ਼ੀ ਕਰਾਰ ਦਿੱਤਾ ਗਿਆ, ਬਲਾਤਕਾਰ ਦੇ 2 ਕੇਸਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ, ਉਸੇ ਦਿਨ ਡੇਰੇ ਵਾਲਿਆਂ ਨੇ ਜਾ ਕੇ ਪੰਚਕੂਲੇ 'ਚ ਜੋ ਕੁਝ ਕੀਤਾ, ਜੀ। ਜੋ ਕੁਝ ਸਿਰਸੇ 'ਚ ਹੋਇਆ, ਇੱਕ ਰਾਤ ਦੇ ਵਿੱਚ 40 ਕਤਲ ਹੋ ਗਏ। ਉਹਨਾਂ ਕੇਸਾਂ ਦਾ ਕੀ ਬਣਿਆ? ਕੱਲ੍ਹ ਨੂੰ ਕੋਈ ਆਖੇਗਾ ਵੀ ਸਾਰੇ ਕੇਸ ਖਤਮ ਕਰ ਦਿਓ, ਕਿੱਦਾਂ ਕੀਤੇ ਜਾ ਸਕਦੇ? ਜੀ। ਇੱਦਾਂ ਇਕੱਲਾ ਇੱਥੇ ਨਹੀਂ ਗਾ, ਬਾਕੀ ਸੂਬਿਆਂ 'ਚ ਵੀ ਬਹੁਤ ਕੁਝ ਹੁੰਦਾ। ਜੇ ਇੱਕ ਥਾਂ 'ਤੇ ਇਹੋ ਜਿਹੀ ਪਿਰਤ ਪਾ ਦਿੱਤੀ ਜਾਵੇ, ਫਿਰ ਤਾਂ ਸਭ ਥਾਵਾਂ 'ਤੇ ਪਵੇਗੀ। ਜੀ। ਜੀ। ਜਿਹੜੀ ਕਰਨ ਵਾਲੀ ਗੱਲ ਉਹ ਇਹ ਆ, ਇਸ ਡੇਰੇ ਦੇ ਪੈਰੋਕਾਰਾਂ ਨੂੰ ਵੀ ਸੋਚਣਾ ਚਾਹੀਦਾ, ਸਿਆਸੀ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ, ਧਾਰਮਿਕ ਅਦਾਰਿਆਂ ਨੂੰ ਧਾਰਮਿਕ ਅਦਾਰੇ ਰਹਿਣਾ ਚਾਹੀਦਾ, ਸਿਆਸੀ ਲੀਡਰਾਂ ਨੂੰ ਸਿਆਸੀ ਲੀਡਰ ਰਹਿਣਾ ਚਾਹੀਦਾ। ਜਦੋਂ ਸਿਆਸੀ ਲੀਡਰ ਧਾਰਮਿਕ ਅਦਾਰਿਆਂ ਨੂੰ ਤੇ ਅਦਾਰਿਆਂ ਦੇ ਗੁਰੂਆਂ ਨੂੰ ਮੰਨਦੇ ਵਰਤਦੇ ਨੇ, ਤੇ ਧਾਰਮਿਕ ਅਦਾਰਿਆਂ ਨੂੰ ਸਮਝਣਾ ਚਾਹੀਦਾ ਕਿ ਸਿਆਸੀ ਲੀਡਰਾਂ ਦਾ ਕੋਈ ਦੀਨ ਮਾਨ ਨਹੀਂ ਹੁੰਦਾ। ਜੀ। ਅੱਜ ਸਾਨੂੰ ਵਰਤ ਕੇ ਕੱਲ੍ਹ ਨੂੰ ਸਾਨੂੰ ਜੇਲ੍ਹ 'ਚ ਵੀ ਫਸਾ ਸਕਦੇ ਆ। ਜਿਨ੍ਹਾਂ ਨੇ ਸੱਚੇ ਸੌਦੇ ਵਾਲੇ ਬਾਬੇ ਨੂੰ ਵਰਤ ਕੇ ਤੇ ਜੇਲ੍ਹ 'ਚ ਫਸਾਤਾ, ਜੀ। ਉਹਨਾਂ 'ਚ ਕੋਈ ਜੇਲ੍ਹ ਵਿੱਚ ਅੱਜਕੱਲ੍ਹ ਗਿਆ? ਉਹਨਾਂ ਵੋਟਾਂ ਲੈਣੀਆਂ ਸੀ, ਲੈ ਲਈਆਂ, ਅਗਲੀ ਵਾਰੀ ਲੋੜ ਪਈ ਤੇ ਫਿਰ ਕੋਈ ਤਗੜਮ ਖੇਡ ਜਾਣਗੇ। ਸੱਚੇ ਸੌਦੇ ਵਾਲੇ ਬਾਬੇ ਦੇ ਉੱਤੇ ਕੇਸ ਬਣਿਆ ਸੀ 2012 ਦੀਆਂ ਚੋਣਾਂ ਮੌਕੇ, ਜੀ। ਇੱਕ ਥਾਣੇਦਾਰ ਤੋਂ ਐਫੀਡੇਵਿਟ ਦੇ ਕੇ ਤੇ ਉਹ ਕੇਸ ਕੈਂਸਲ ਕਰਾਤਾ। ਵੋਟਾਂ ਪੈ ਗਈਆਂ ਤੇ 2 ਦਿਨ ਬਾਅਦ ਆਪਣੇ ਬੰਦੇ ਤੋਂ ਐਫੀਡੇਵਿਟ ਦਵਾਤਾ ਕਿ ਨਹੀਂ ਜੀ ਮਦਈ ਮੈਂ ਆ, ਕੇਸ ਵਾਪਸ ਨਹੀਂ ਹੋ ਸਕਦਾ। ਜੀ। ਫਿਰ ਜਿਹੜੇ ਧਾਰਮਿਕ ਡੇਰਿਆਂ ਵਾਲੇ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਇਹਨਾਂ ਦਾ ਫਾਸਲਾ ਰੱਖੀਏ। ਦੂਸਰਾ, ਕਿਸੇ ਨੇ ਵੀ ਆਪਣਾ ਧਾਰਮਿਕ ਡੇਰਾ ਚਲਾਉਣਾ ਚਲਾਵੇ, ਜੀ। ਹਿੰਦੁਸਤਾਨ ਦਾ ਕਾਨੂੰਨ ਆਗਿਆ ਦਿੰਦਾ, ਪਰ ਕਿਸੇ ਨੂੰ ਵੀ ਕਿਸੇ ਦੂਸਰੇ ਧਰਮ ਬਾਰੇ ਕੋਈ ਮਾੜੀ ਚੰਗੀ ਟਿੱਪਣੀ ਨਹੀਂ ਕਰਨੀ ਚਾਹੀਦੀ। ਇਸ ਡੇਰੇ ਵਾਲਿਆਂ ਨੇ ਟਿੱਪਣੀਆਂ ਕੀਤੀਆਂ ਨੇ। ਜੀ। ਜਿਹੜਾ 10ਵੇਂ ਗੁਰੂ ਸਾਹਿਬ ਦਾ ਸਾਂਗ ਰਚਿਆ ਗਿਆ, ਇਹ ਸਾਰੇ ਸਵਾਂਗ ਆਖੀ ਜਾਂਦੇ ਆ, ਸਵਾਂਗ ਕੋਈ ਚੀਜ਼ ਨਹੀਂ, ਉਹ ਹਿੰਦੀ ਹੁੰਦੀ ਆ। ਜੀ। ਜਿਹੜਾ ਸਾਂਗ ਰਚਿਆ ਗਿਆ, ਉਹ ਸਾਂਗ ਰਚਨਾ ਗਲਤ ਸੀ।
ਦਸਵੇਂ ਗੁਰੂ ਸਾਹਿਬ ਵਰਗੀ ਪੋਸ਼ਾਕ ਪਾਈ ਗਈ। ਉਹ ਜੋ ਕੁਝ ਉਦੋਂ ਕੀਤਾ ਗਿਆ ਉਹ ਗਲਤ ਸੀ। ਕਈਆਂ ਗੱਲਾਂ ਤੋਂ ਲੋਕਾਂ ਦੇ ਮਨਾਂ ਨੂੰ ਸੱਟਾਂ ਸੀ। ਅੱਜ ਇਹੋ ਜਿਹੀ ਮੰਗ ਕਰਨੀ ਕਿ ਸਾਰੇ ਕੇਸ ਵਾਪਸ ਕਰ ਦਿਓ, ਇਹ ਮੰਗ ਵੀ ਗਲਤ ਹੈ। ਹਾਂ, ਉਹਨਾਂ ਦੀਆਂ ਕੋਈ ਜਾਇਜ਼ ਮੰਗ ਕੋਈ ਉਹਨਾਂ ਦੀ ਹੈਗੀ ਤੇ ਮੰਨ ਲਓ, ਪਰ ਇਹੋ ਜਿਹੀਆਂ ਮੰਗਾਂ ਨਾ ਕਾਨੂੰਨ ਇਸ ਗੱਲ ਦੀ ਆਗਿਆ ਦੇ ਸਕਦਾ ਤੇ ਨਾ ਕਿਸੇ ਸਰਕਾਰ ਤੋਂ ਮੰਨੀਆਂ ਜਾਣੀਆਂ। ਪੰਨ ਸਾਹਿਬ, ਇੱਕ ਗੱਲ ਥੋੜ੍ਹੀ ਸਮਝਾਓ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਮਸਲਾ ਉਹ ਦਿਨੋਂ ਦਿਨ ਵਿਗੜਦਾ ਜਾ ਜਾਂਦਾ। ਹੁਣ ਜਿਹੜਾ ਜ਼ੀਰਕਪੁਰ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੇ ਉੱਪਰ ਕਹਿੰਦੇ ਛਾਪੇਮਾਰੀ ਹੋਈ ਆ, ਇਹਨੂੰ ਕਿਵੇਂ ਦੇਖਦੇ ਹੋ? ਸਿਆਸਤ ਤੋਂ ਪ੍ਰੇਰਿਤ ਦੇਖਦੇ ਹੋ ਜਾਂ ਫਿਰ ਹੋਰ ਕਾਰਨ ਕੋਈ? ਦੇਖੋ, ਮੈਂ ਪਿਛਲੇ ਹਫ਼ਤੇ ਵੀ ਇਹ ਗੱਲ ਆਖੀ ਸੀ ਕਿ ਕੋਈ ਥਾਂ ਹੁੰਦੀ ਜਿੱਥੇ ਜਾ ਕੇ ਮੋੜਾ ਕੱਟਣਾ ਪੈਂਦਾ ਜੀ। ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਸੀ ਜੇ ਰਾਜਨੀਤੀ 'ਚ ਬਣੇ ਰਹਿਣਾ ਤੇ ਕੋਈ ਨਾ ਕੋਈ ਮੋੜਾ ਕੱਟਣ ਦਾ ਯਤਨ ਕਰਦਾ ਜੀ। ਕੋਈ ਸਾਂਝੇ ਬੰਦੇ ਵਿੱਚ ਪੈਂਦੇ। ਉਹ ਦਿੱਲੀ ਦੇ ਗੇੜੇ ਲਾਈ ਗਿਆ, ਉੱਥੋਂ ਕੁਝ ਹੱਥ ਪੱਲੇ ਨਹੀਂ ਪਿਆ, ਕਿਉਂਕਿ ਉਹਨਾਂ ਦੇ ਆਪਣੇ ਹੱਥ ਪੱਲੇ ਨਹੀਂ, ਇਹਦੇ ਕੀ ਪਾਉਣਗੇ ਜੀ। ਇਹ ਵਾਪਸ ਆ ਗਿਆ। ਹੁਣ ਜਦੋਂ ਦੂਸਰਿਆਂ ਨੂੰ ਪਤਾ ਕਿ ਵਾਪਸ ਆ ਗਿਆ, ਪੱਲੇ ਦੇ ਕੁਝ ਨਹੀਂ ਪਿਆ, ਦੂਸਰੀ ਧਿਰ ਵੀ ਸ਼ੇਰ ਹੋ ਗਈ। ਇਹ ਪਤਾ ਨਹੀਂ ਕਿ ਉੱਪਰੋਂ ਕਿਸੇ ਨੇ ਆਖਿਆ ਕਿ ਨਹੀਂ ਆਖਿਆ, ਹੇਠਲੇ ਪਾਸਿਓਂ ਅਚਾਨਕ ਵਿਜੀਲੈਂਸ ਬਿਊਰੋ ਵੀ ਸਰਗਰਮ ਹੋ ਗਿਆ। ਵਿਜੀਲੈਂਸ ਬਿਊਰੋ ਨੇ ਪਿਛਲੇ 2 ਦਿਨਾਂ 'ਚ ਜ਼ੀਰਕਪੁਰ 'ਚ ਜਾ ਕੇ ਛਾਪੇ ਮਾਰੇ। ਉੱਥੇ ਜਿਹੜਾ ਈਓ ਲੱਗਾ ਸੀ ਜੀ, ਉਹ ਹੁਣ ਪਤਾ ਨਹੀਂ ਨਵਜੋਤ ਸਿੱਧੂ ਉਹਨੂੰ ਜਾਣਦੇ ਹੋਵੇ ਕਿ ਨਹੀਂ ਜਾਣਦਾ, ਪਰ ਲੋਕੀ ਕਹਿੰਦੇ ਆ ਜੀ ਨਵਜੋਤ ਸਿੱਧੂ ਦਾ ਬੰਦਾ ਸੀ, ਮਾਨਾਈਆਂ ਕਰਦਾ ਸੀ। ਵੱਡੇ ਵੱਡੇ ਪ੍ਰਾਜੈਕਟ ਜਿਹੜੇ ਅਲਾਟ ਕਰਨ ਦਾ ਉਹਨੂੰ ਹੱਕ ਨਹੀਂ ਸੀ, ਉਹ ਵੀ ਅੱਗੇ ਅਲਾਟ ਕਰੀ ਜਾ ਰਿਹਾ ਸੀ ਜੀ। ਇਹ ਵੀ ਪਤਾ ਲੱਗਾ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਲੱਗੇ ਇੱਕ OSD ਆਫਿਸਰ ਔਨ ਸਪੈਸ਼ਲ ਡਿਊਟੀ ਦਾ ਤੇ ਉਸ ਈਓ ਦਾ ਆਪੋ 'ਚ ਇਹੋ ਜਿਹਾ ਤਾਲਮੇਲ ਸੀ ਕਿ ਸਿੱਧੇ ਫੋਨ ਤੇ ਸੰਪਰਕ ਹੁੰਦੇ ਰਹੇ ਜੀ। ਈਓ ਦੇ ਟੈਲੀਫੋਨ ਦੇ ਵਿੱਚੋਂ ਵੀ ਉਹ ਰਿਕਾਰਡਿੰਗ ਲੈ ਗਏ ਨੇ। ਵਿਜੀਲੈਂਸ ਵਾਲਿਆਂ ਨੇ ਸਾਰਾ ਕੁਝ ਲੱਭ ਲਿਆ। ਜਦੋਂ ਲੱਭਿਆ ਤੇ ਫੋੜਾ ਫੜੀ ਹੁੰਦਿਆਂ ਅਖੀਰ ਨੂੰ ਨਿਕਲੇਗਾ ਕਿ ਈਓ ਦੇ ਖਿਲਾਫ ਦੋਸ਼ ਲੱਗਣਗੇ। ਈਓ ਤੋਂ OSD ਤੱਕ ਜਾਣਗੇ, OSD ਤੋਂ ਅੱਗੇ ਜਾ ਕੇ ਤੰਦਾਂ ਹੀ ਜੋੜਦੀਆਂ ਹੁੰਦੀਆਂ। ਵਿਜੀਲੈਂਸ ਸਿੱਧੂ ਤੱਕ ਪਹੁੰਚਾਉਂਦੀ ਕਿ ਨਹੀਂ ਪਹੁੰਚਾਉਂਦੀ, ਪਰ ਲੋਕਾਂ ਦੇ ਵਿੱਚ ਜਿਹੜੀ ਦੰਦ ਕਥਾ ਜੀ, ਉਹ ਤਾਂ ਸਿੱਧੂ ਤੱਕ ਪਹੁੰਚ ਸਕਦੀ ਹੈ। ਅਜੇ ਤੱਕ ਦਾ ਰਿਕਾਰਡ ਹੈ ਕਿ ਸਿੱਧੂ ਦੇ ਉੱਤੇ ਕਦੇ ਕਿਸੇ ਕਿਸਮ ਦਾ ਕੋਈ ਕਰਪਸ਼ਨ ਦਾ ਦੋਸ਼ ਨਹੀਂ ਲੱਗਾ ਜੀ। ਪਰ ਹੁਣ ਜੇ ਸਿੱਧੂ ਵਕਾਰ ਦਾ ਸਵਾਲ ਬਣਾ ਕੇ ਬੈਠਾ ਰਵੇ ਤੇ ਇੱਥੇ ਸਾਨੂੰ ਪਤਾ ਜਦੋਂ ਫਿਰ ਰਾਜਨੀਤੀ ਦੇ ਵਿੱਚ ਇਦਾਂ ਦੇ ਕੇਸ ਬਣਦੇ ਹੁੰਦੇ ਆ ਨਾ, ਬੜੀ ਦੂਰ ਤੱਕ ਜਾਂਦੇ ਹੁੰਦੇ ਆ ਜੀ। ਜਦੋਂ ਵਿਰੋਧ ਦੇ ਵਿੱਚ ਜਾਣ, ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਇੱਕ ਵਾਰੀ 2 ਅਕਾਲੀਆਂ ਨੇ ਜਾ ਕੇ ਮੁੱਖ ਮੰਤਰੀ ਦੇ ਖਿਲਾਫ ਮੁਜ਼ਾਹਰਾ ਕੀਤਾ ਸੀ ਜੀ। ਕੁਰਸੀਆਂ ਚੱਕ ਮਾਰੀਆਂ ਸੀ ਤੇ ਕੈਰੋਂ ਨੇ ਆਖਿਆ ਕੋਈ ਗੱਲ ਨਹੀਂ, ਆਪਣੇ ਹੀ ਬੰਦੇ, ਗੁੱਸਾ ਨਹੀਂ ਕਰਨਾ। ਪੁਲਿਸ ਵਾਲਿਆਂ ਨੇ ਆਖਿਆ ਫੜ ਕੇ ਲੈ ਜਾਓ, ਤੇ ਅਗਲੇ ਦਿਨ ਜਾ ਕੇ ਦੋਵਾਂ ਦੇ ਉੱਤੇ ਕੇਸ ਬਣਾਤਾ ਸੀ ਕਿ ਦੋਵੇਂ ਜੀ ਗਏ ਸੀ ਨਿਹੰਗ ਸਿੰਘਾਂ ਦੇ ਡੇਰੇ, ਉੱਥੋਂ ਦੇਖ ਸ਼ੱਕੀ ਸੀ, ਜਰਾ ਕੁ ਜ਼ਿਆਦੀ ਹੋ ਗਈ, ਇਹ ਕੇਲਾ ਖਾਣ ਲੱਗੇ ਸੀ, ਇੱਕ ਨੇ ਕੇਲਾ ਖਾ ਕੇ ਦੂਜੇ ਦੇ ਮਾਰਿਆ, ਉਹਨੇ ਉਹਦੇ ਮਾਰਿਆ ਤੇ ਲੜ ਪਏ। ਉਹਨਾਂ ਦੋਵਾਂ ਦੀ ਆਪੋ 'ਚ 57 ਦਾ ਕੇਸ ਬਣਾਤਾ ਸੀ। ਸਰਕਾਰਾਂ ਬਣਾਉਣ ਤੇ ਆਉਣ ਤੇ ਬਹੁਤ ਕੁਝ ਕਰਦੀਆਂ ਹੁੰਦੀਆਂ। ਹੁਣ ਜਿਹੜੇ ਪਾਸੇ ਨੂੰ ਤੁਰਦੇ ਪਏ, ਜੇ ਹੇਠਲੇ ਪਾਸੇ ਵਿਜੀਲੈਂਸ ਵਾਲੇ ਆਪੇ ਕਰਦੇ ਹੋਣ ਤਾਂ ਵੀ, ਜੇ ਕਿਸੇ ਨੇ ਚਾਬੀ ਲਾਈ ਹੋਵੇ ਤਾਂ ਵੀ ਜੀ। ਗੱਲ ਕੱਲ੍ਹ ਨੂੰ ਇਹ ਆਉਣੀ ਆ ਕਿ ਲੋਕਲ ਬਾਡੀਜ਼ ਦਾ ਮੰਤਰੀ ਰੁੱਸ ਗਿਆ ਸੀ, ਪਹਿਲਾਂ ਉਹ ਤੋਂ ਮਹਿਕਮਾ ਖੋਇਆ ਗਿਆ, ਹੁਣ ਉਹਦੇ ਖਿਲਾਫ ਵਿਜੀਲੈਂਸ ਕੇਸ ਬਣਾਉਂਦੀ ਪਈ ਆ। ਲੋਕੀ ਫਿਰ ਇਸ ਗੱਲ ਨੂੰ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਮਤਭੇਦਾਂ ਨਾਲ ਜੋੜਨਗੇ ਜੀ। ਜੇ ਕੁਝ ਨਾ ਕੁਝ ਕਰਪਸ਼ਨ ਹੋਈ ਹੋਵੇ, ਈਓ ਨੇ ਕੀਤੀ ਹੋਵੇ, OSD ਨੇ ਕੀਤੀ ਹੋਵੇ, ਤੇ ਛੱਡਣੇ ਨਹੀਂ ਚਾਹੀਦੇ। ਪਰ ਇਹਦੇ ਵਿੱਚੋਂ ਇਹ ਪ੍ਰਭਾਵ ਖਤਮ ਕਰਨਾ ਚਾਹੀਦਾ ਕਿ ਸਰਕਾਰ ਕੋਈ ਇਸ ਵੇਲੇ ਆਪਣੇ ਬੰਦੇ ਦੇ ਖਿਲਾਫ ਕਾਰਵਾਈ ਕਰਦੀ ਪਈ ਹੈ। ਜੇ ਇਸ ਤਰ੍ਹਾਂ ਦੀ ਗੱਲ ਹੋਈ ਤੇ ਨਾ ਸਿੱਧੂ ਦਾ ਵਕਾਰ ਖਰਾਬ ਹੋਣਾ, ਨਾ ਕੈਪਟਨ ਅਮਰਿੰਦਰ ਸਿੰਘ ਦਾ, ਸਮੁੱਚੀ ਸਰਕਾਰ ਦਾ ਵਕਾਰ ਖਰਾਬ ਹੋਊਗਾ ਜੀ। ਅੱਛਾ ਪੰਨ ਸਾਹਿਬ, ਇੱਕ ਆਂਧਰਾ ਪ੍ਰਦੇਸ਼ ਦੇ ਵਿੱਚ ਚੰਦਰਬਾਬੂ ਨਾਇਡੂ ਹੋਰੀ ਮੁੱਖ ਮੰਤਰੀ ਰਹੇ ਬੜਾ ਚਿਰ, ਤੇ ਉਹਨਾਂ ਦਾ ਇੱਕ ਬੜਾ ਪਿਆਰਾ ਬੰਗਲਾ ਸੀ, ਉਹ ਹੁਣ ਕੱਲ੍ਹ ਤੋਂ ਢਾਉਣਾ ਸ਼ੁਰੂ ਕਰਨਾ ਜੀ, ਕਿਉਂਕਿ ਹੁਣ ਜਿਹੜੇ ਨਵੇਂ ਮੁੱਖ ਮੰਤਰੀ ਜਗਨਮੋਹਨ ਰੈੱਡੀ ਸਾਹਿਬ ਆਏ ਆ, ਉਹਨਾਂ ਨੇ ਆਰਡਰ ਕਰਤਾ ਵੀ ਢਾਹ ਦਿਓ, ਆਪਾਂ ਨੂੰ ਨਹੀਂ ਚਾਹੀਦਾ। ਇੰਨਾ ਗੁੱਸਾ ਕਿਉਂ? ਦੇਖੋ, ਚੰਦਰਬਾਬੂ ਨਾਇਡੂ ਸਾਂਝੇ ਆਂਧਰਾ ਪ੍ਰਦੇਸ਼ ਦਾ 3 ਵਾਰ ਮੁੱਖ ਮੰਤਰੀ ਰਿਹਾ ਜੀ। ਜਦੋਂ ਤੇਲੰਗਾਨਾ ਵੱਖਰਾ ਹੋ ਗਿਆ ਤੇ ਬਾਕੀ ਬਚਦੇ ਆਂਧਰਾ ਪ੍ਰਦੇਸ਼ ਦਾ 4ਥੀ ਵਾਰ ਮੁੱਖ ਮੰਤਰੀ BJP ਦੀ ਮਦਦ ਨਾਲ ਰਿਹਾ। ਉਦੋਂ ਮਦਦ ਦੀ ਲੋੜ ਦੀ ਉਹਦੇ ਕੋਲ ਆਪਣੇ ਬੰਦੇ ਬਥੇਰੇ ਸੀ ਜੀ, ਪਰ ਕੇਂਦਰ ਦੀ ਤੇ ਉੱਥੋਂ ਦੀ ਸਾਂਝ ਸੀ 4 ਸਾਲਾਂ ਬਾਅਦ ਟੁੱਟ ਗਈ। ਜਦੋਂ ਟੁੱਟ ਗਈ ਤੇ ਚੋਣਾਂ 'ਚ ਫਿਰ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ, ਉਹ ਹਾਰ ਗਿਆ, ਉਹਦੀ ਪਾਰਟੀ ਹਾਰ ਗਈ। BJP ਵਾਵਾ ਸੀਟਾਂ ਲੈ ਗਈ ਤੇ ਜਿਹੜਾ ਹੁਣ ਤੱਕ ਵਿਰੋਧ 'ਚ ਬੈਠਾ ਸੀ ਜਗਨਮੋਹਨ ਰੈੱਡੀ, ਉਹ ਮੁੱਖ ਮੰਤਰੀ ਬਣ ਗਿਆ। ਜਦੋਂ ਇਹ ਮੁੱਖ ਮੰਤਰੀ ਸੀ, ਜਗਨਮੋਹਨ ਰੈੱਡੀ ਦੇ ਖਿਲਾਫ ਬਥੇਰਾ ਕੁਝ ਹੁੰਦਾ ਰਿਹਾ ਸੀ, ਕੇਸ ਵੀ ਬਣਦੇ ਰਿਹਾ ਸੀ, ਛਾਪੇ ਵੀ ਵੱਜਦੇ ਰਿਹਾ ਸੀ। ਹੁਣ ਉਹ ਮੁੱਖ ਮੰਤਰੀ ਹੈ ਤੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਾਰੀ ਤਾਂ ਅਗਲੇ ਲੈਂਦੇ ਹੀ ਆ ਜੀ। ਪਹਿਲਾਂ ਰਾਜਧਾਨੀ ਹੁੰਦੀ ਸੀ ਹੈਦਰਾਬਾਦ। ਚੰਦਰਬਾਬੂ ਨਾਇਡੂ ਦੇ ਵੇਲੇ ਦੂਰ ਜਾ ਕੇ ਵਿਜੇਵਾੜਾ ਦੇ ਲਾਗੇ ਅਮਰਾਵਤੀ ਦੇ ਵਿੱਚ ਰਾਜਧਾਨੀ ਬਣਾਉਣੀ ਸ਼ੁਰੂ ਕੀਤੀ। ਉੱਥੇ ਮੁੱਖ ਮੰਤਰੀ ਨੇ ਰਹਿਣਾ ਸੀ,
ਇੱਕ ਸਰਕਾਰੀ ਬੰਗਲਾ ਇਹਨੇ ਆਪਣੇ ਵਾਸਤੇ ਮੁਕਰਰ ਕਰ ਲਿਆ ਕਿ ਉਹਨਾਂ 'ਚ ਮੈਂ ਰਹੂੰਗਾ, ਤੇ ਹੁਣ ਤੱਕ ਉੱਥੇ ਰਹਿੰਦਾ ਰਿਹਾ। ਪਾਰਟੀ ਮੀਟਿੰਗਾਂ ਵੀ ਅੰਦਰੇ ਕਰ ਲੈਂਦਾ ਰਿਹਾ। ਨਵੇਂ ਮੁੱਖ ਮੰਤਰੀ ਨੇ ਆ ਕੇ ਆਖਿਆ ਜੀ ਮੈਂ ਨਹੀਂ ਉੱਥੇ ਰਹਿਣਾ। ਨਾਲ ਹੀ ਇਹਨੇ ਆਰਡਰ ਦਿੱਤਾ ਉਹ ਬੰਗਲਾ ਹੀ ਢਾਹ ਦਿਓ ਜੀ। 5-6 ਕਰੋੜ ਦਾ ਬੰਗਲਾ ਢਾਹ ਦਿਓ। ਚੰਦਰਬਾਬੂ ਨਾਇਡੂ ਨੇ ਲਿਖਿਆ ਜੀ ਇਹਨੂੰ ਸਾਬਕਾ ਮੁੱਖ ਮੰਤਰੀ ਜਾਂ ਵਿਰੋਧੀ ਧਿਰ ਦੇ ਆਗੂ ਦੀ ਰਿਹਾਇਸ਼ ਦੇ ਤੌਰ ਤੇ ਮਨਜ਼ੂਰ ਕਰ ਲਓ। ਉਹਨੇ ਕਿਹਾ ਮੈਂ ਨਹੀਂ ਕਰਦਾ। ਵੀ ਇੱਦਾਂ ਦਾ ਕੰਮ ਪਹਿਲੀ ਵਾਰੀ ਥੋੜ੍ਹਾ। ਜੀ। DMK ਵਾਲੇ ਕਰੁਣਾਨਿਧੀ ਨੇ 25-30 ਕਰੋੜ ਰੁਪਈਆ ਲਾ ਕੇ ਤੇ ਸੈਕਟਰੀਏਟ ਦੀ ਬਿਲਡਿੰਗ ਅਜੇ ਮੁੱਢਲੀ ਬਣਾਈ ਸੀ, ਜਿਸ 'ਚ ਅਜੇ ਛੱਤਾਂ ਪੈਂਦੀਆਂ ਪਈਆਂ ਸੀ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੋਂ ਉਦਘਾਟਨ ਕਰਾਤਾ, ਔਰ ਏਡੀ ਆਲੀਸ਼ਾਨ ਬਿਲਡਿੰਗ ਸੀ, ਉੱਤੇ ਪਤਾ ਨਹੀਂ ਕਿੰਨੇ 100 ਕਰੋੜ ਰੁਪਈਆ ਲੱਗ ਰਿਹਾ ਸੀ। ਜਦੋਂ ਉਦਘਾਟਨ ਕਰਾਇਆ ਤੇ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਸੀ, ਜੈ ਲਲਿਤਾ ਜਿੱਤ ਗਈ। ਜੀ। ਉਹਨੇ ਆਉਂਦਿਆਂ ਸਾਰੀ ਆਖਿਆ ਲਾ ਦਿਓ ਤੇ ਬੋਰਡ ਪੁਰਾਣੇ ਥਾਂ ਤੇ ਸੈਕਟਰੀਏਟ ਚੱਲੇਗਾ। ਇਹ ਜਿਹੜੀ ਬਿਲਡਿੰਗ DMK ਵਾਲੇ ਕਰੁਣਾਨਿਧੀ ਨੇ ਬਣਾਈ ਆ, ਇੱਥੇ ਹਸਪਤਾਲ ਬਣਾਵਾਂਗੇ। ਇਹ ਕਰਤਾ। ਇਹ ਰਾਜਨੀਤੀ ਹੈ ਜੀ। ਇਹ ਰਾਜਨੀਤੀ ਦੇਸ਼ ਤੱਕ ਵੀ ਜਾਂਦੀ ਹੈ ਕਿ ਮਾਇਆਵਤੀ ਦਾ ਰਾਜ ਸੀ, ਇਹਨੇ ਕਾਨਪੁਰ ਦਾ ਨਾਮ ਬਦਲ ਕੇ ਰਾਮਬਾਈ ਨਗਰ ਕਰਤਾ ਸੀ। ਮੁੜ ਕੇ ਆਏ ਦੂਜੇ, ਉਹਨਾਂ ਨੇ ਆ ਕੇ ਫਿਰ ਕਾਨਪੁਰ ਰੱਖਤਾ। ਮੁਜ਼ੱਫਰਨਗਰ ਦਾ ਨਾਮ ਬਦਲ ਕੇ ਲక్ష్ਮੀਬਾਈ ਨਗਰ ਕਰਤਾ ਸੀ। ਜੀ। ਦੂਜੇ ਆਏ, ਉਹਨੇ ਫਿਰ ਮੁਜ਼ੱਫਰਨਗਰ ਕਰਤਾ। ਹੁਣ ਮਨੋਹਰ ਲਾਲ ਖੱਟਰ ਆਇਆ, ਇਹਨੇ ਆ ਕੇ ਗੁੜਗਾਉਂ ਦਾ ਗੁਰੂਗ੍ਰਾਮ ਬਣਾਤਾ। ਤੇ ਜੇ ਕੱਲ੍ਹ ਨੂੰ ਕੋਈ ਦੂਜੀ ਪਾਰਟੀ ਆ ਕੇ ਬਦਲ ਕੇ ਫਿਰ ਪੁਰਾਣਾ ਨਾਂ ਰੱਖਦੇ, ਫਿਰ ਕਰੋਗੇ। ਇਹ ਰਾਜਨੀਤੀ 'ਚ ਭੰਨ ਤੋੜ ਇੰਨੀ ਵਾਰ ਹੁੰਦੀ ਅਸੀਂ ਵੇਖ ਚੁੱਕੇ ਹਾਂ ਜੀ। ਜਿਹਦੇ 'ਚ ਹੁਣ ਇਹੋ ਜਿਹੀਆਂ ਗੱਲਾਂ, ਉਹ ਮਿਰਜ਼ਾ ਗਾਲਿਬ ਦਾ ਸ਼ੇਰ ਹੈ, ਪਹਿਲੇ ਆਤੀ ਥੀ ਹਾਲੇ ਦਿਲ ਪੇ ਹੰਸੀ, ਅਬ ਕਿਸੇ ਬਾਤ ਪਰ ਨਹੀਂ ਆਤੀ। ਹੁਣ ਤਾਂ ਇਹ ਭਾਰਤ ਦੀ ਰਾਜਨੀਤੀ ਵਿੱਚ ਕਿਸੇ ਗੱਲ ਦੇ ਉੱਤੇ ਕੋਈ ਹਾਸਾ ਹੀ ਨਹੀਂ ਆਉਂਦਾ। ਇਹ ਤੇ ਨਾ ਸਾਰਿਆਂ ਨੇ ਫ੍ਰੀ ਸਟਾਈਲ ਬਣਾਇਆ ਪਿਆ। ਜੀ। ਇੱਕ ਜਣਾ ਬਣਾ ਦਿੰਦਾ, ਦੂਸਰਾ ਢਾਹ ਦਿੰਦਾ। ਇੱਥੋਂ ਤੱਕ ਵੀ ਹੈ ਕਿ ਜਿਹੜਾ ਰਾਜਗੱਦੀ ਤੇ ਆ ਜਾਂਦਾ, ਉਹ ਕਹਿੰਦਾ ਜੀ ਹੁਣ ਬੱਸਾਂ ਦੇ ਰੰਗ ਵੀ ਮੇਰੀ ਪਾਰਟੀ ਦੇ ਝੰਡੇ ਵਾਲੇ ਹੋਣਗੇ। ਜੇ ਮਾਇਆਵਤੀ ਆ ਗਈ ਤੇ ਹਰ ਚੌਕ ਵਿੱਚ ਹਾਥੀਆਂ ਦੇ ਬੁੱਤ ਆਪਣੇ ਚੋਣ ਨਿਸ਼ਾਨ ਦੇ ਵੀ ਲਾਤੇ, ਬਾਬੂ ਕਾਂਸ਼ੀ ਰਾਮ ਦੇ ਵੀ ਲਾਤੇ। ਦੂਜੇ ਆਏ ਤਾਂ ਉਹਨਾਂ ਨੇ ਆਖਿਆ ਜੀ ਅਸੀਂ ਤੇ ਸੁਪਰੀਮ ਕੋਰਟ ਜਾਵਾਂਗੇ। ਇਹਨਾਂ 'ਚੋਂ ਘੱਟ ਕੌਣ ਕਰਦਾ ਪਿਆ? ਸਾਰਿਆਂ ਥਾਵਾਂ 'ਤੇ ਇਹੋ ਕੁਝ ਕਿਉਂਕਿ ਚੱਲਦਾ ਪਿਆ। ਉਹ ਚੱਲਦੇ 'ਚ ਹੁਣ ਜਗਨ ਮੋਹਨ ਰੈਡੀ ਆ ਗਿਆ, ਤੇ ਉਸ ਰੈਡੀ ਨੇ ਆ ਕੇ ਚੰਦਰਬਾਬੂ ਨਾਇਡੂ ਨੂੰ ਦਿਨੇ ਤਾਰੇ ਵਿਖਾਉਣਾ ਸ਼ੁਰੂ ਕਰ ਦਿੱਤੇ। ਚਲੋ, ਆਖਰੀ ਸਵਾਲ ਪੰਨੂ ਸਾਹਿਬ, ਮੈਂ ਝਾਰਖੰਡ 'ਚ ਵਾਪਰੀ ਘਟਨਾ ਬਾਰੇ ਪੁੱਛਣਾ ਚਾਹੁੰਦਾ ਵੀ ਉੱਥੇ ਇੱਕ ਜਿਹੜਾ ਮੁੰਡਾ, ਉਹਨੂੰ ਚੋਰੀ ਦਾ ਸ਼ੱਕ ਕਹਿ ਕੇ ਤੇ ਕੁੱਟਿਆ ਮਾਰਿਆ ਜਾਂਦਾ ਤੇ ਅਖੀਰ ਉਹਦੀ ਮੌਤ ਹੋ ਜਾਂਦੀ ਹੈ। ਉਹਨੂੰ ਕਿਵੇਂ ਦੇਖਦੇ ਹੋ? ਨਾਲ ਦੂਜੀ ਗੱਲ ਵੀ ਹੈ ਕਿ ਜਿਹੜਾ ਮੁੰਡਾ ਕੁੱਟਿਆ ਮਾਰਿਆ ਗਿਆ, ਉਹਨੂੰ ਸਿਰਫ ਕੁੱਟਿਆ ਮਾਰਿਆ ਨਹੀਂ ਗਿਆ, ਉਹਨੂੰ ਜੈ ਸ਼੍ਰੀ ਰਾਮ, ਜੈ ਹਨੂਮਾਨ, ਜੈ ਬਜਰੰਗਬਲੀ ਦੇ ਨਾਅਰੇ ਲਾਉਣ ਵਾਸਤੇ ਮਜਬੂਰ ਕੀਤਾ ਗਿਆ। ਜੀ। ਤੀਸਰੀ ਗੱਲ ਵੀ ਹੈ ਕਿ ਉਹ ਮੁੰਡਾ ਮੁਸਲਮਾਨ ਸੀ। ਜੀ। ਇਹਦੇ 'ਚੋਂ ਕੀ ਨਿਕਲਦਾ? ਜਿਨ੍ਹਾਂ ਨੇ ਪਿਛਲਿਆਂ ਦਿਨਾਂ 'ਚ ਇੱਕ ਖਾਸ ਕਿਸਮ ਦੀ ਮੁਹਿੰਮ ਚਲਾ ਕੇ ਸਾਰੇ ਦੇਸ਼ 'ਚ ਚੋਣ ਜਿੱਤੀ ਆ, ਜਿਹੜੇ ਨਾਅਰੇ ਇਹ ਦਿੰਦੇ ਰਹੇ ਕਿ ਜਿੱਥੇ ਕਬਰਸਤਾਨ ਹੈ ਉੱਥੇ ਸ਼ਮਸ਼ਾਨ ਘਾਟ ਵੀ ਬਣਾਉਣਾ। ਸ਼ਮਸ਼ਾਨ ਘਾਟ ਤੇ ਪਹਿਲਾਂ ਸੀ, 5000 ਸਾਲ ਤੋਂ ਉੱਥੇ ਲੋਕ ਵਸਦੇ, ਮੁਰਦੇ ਸਾੜਦੇ ਨਹੀਂ ਸੀ, ਸ਼ਮਸ਼ਾਨ ਘਾਟ ਤੋਂ ਬਗੈਰ ਸਾੜਦੇ ਸੀ। ਉਹ ਨਾਅਰਿਆਂ ਦਾ ਜੋ ਮਤਲਬ ਸੀ, ਉਹ ਨਾਅਰਿਆਂ ਦੀ ਰਾਜਨੀਤੀ ਇਸ ਤੱਕ ਆ ਗਈ ਹੈ। ਜਦ 2014 ਜਿੱਤੇ ਸੀ, ਉਦੋਂ ਦਿੱਲੀ ਤੋਂ ਸਾਰਾ 40-50 ਕਿਲੋਮੀਟਰ ਦੂਰ ਦਾਦਰੀ ਇਲਾਕੇ 'ਚ ਬਸਾੜਾ ਪਿੰਡ ਦੇ ਵਿੱਚ ਅਖਲਾਕ ਖਾਨ ਵੀ ਤਾਂ ਕੁੱਟ ਕੇ ਮਾਰਿਆ ਸੀ। ਜੀ। ਉਹਦਾ ਅਜੇ ਤੱਕ ਕੀ ਬਣੇ? ਤੇ ਹੁਣ ਇਸ ਮੁੰਡੇ ਨੂੰ ਕੁੱਟਿਆ ਗਿਆ। ਇਹ ਇਕੱਲਾ ਇੱਥੋਂ ਦੀ ਗੱਲ ਨਹੀਂ। ਜਿਸ ਦਿਨ ਇਸ ਮੁੰਡੇ ਨੂੰ ਕੁੱਟਿਆ ਗਿਆ ਤੇ 2 ਦਿਨ ਬਾਅਦ ਇਹ ਮਰ ਗਿਆ, ਉਸੇ ਦਿਨ ਹੀ ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਵਿੱਚ ਇੱਕ ਹੋਰ ਥਾਂ ਦੇ ਉੱਤੇ ਚੱਲਦੇ ਫੰਕਸ਼ਨ 'ਚ ਇੱਕ ਗਰੀਬ ਜਿਹੜਾ ਸੀ ਦਲਿਤ, ਉਹ ਉੱਥੇ ਚਲਾ ਗਿਆ। ਜੀ। ਕਹਿੰਦੇ ਜੀ ਇਹ ਤੋਂ ਪਾਣੀ ਪਾਉਣ ਲੱਗਿਆ, ਸਾਡੇ 'ਤੇ ਛਿੱਟਾਂ ਪੈ ਗਈਆਂ। ਇੰਨੀ ਗੱਲ ਤੋਂ ਉਹਨੂੰ ਕੁੱਟਿਆ ਗਿਆ। ਫਿਰ ਉਹਨੂੰ ਆਖਿਆ ਗਿਆ ਜੁੱਤੀ ਦੇ ਉੱਤੇ ਨੱਕ ਘਸਾ, ਪੈਰ ਦੀ ਜੁੱਤੀ ਦੇ ਨੱਕ ਘਸਾਇਆ ਗਿਆ। ਫਿਰ ਉਹਨੂੰ ਆਖਿਆ ਜ਼ਮੀਨ 'ਤੇ ਚੱਟ, ਘੱਟਾ ਚੱਟ। ਉਹਨੂੰ ਘੱਟਾ ਚੱਟਣ ਨੂੰ ਮਜਬੂਰ ਕੀਤਾ ਗਿਆ। ਸ਼ਹਿਰ ਕਿਹੜਾ? ਮੰਦਸੌਰ। ਜੀ। ਇਤਿਹਾਸਕ ਸ਼ਹਿਰ ਆ। ਰਾਵਣ ਬਾਦਸ਼ਾਹ ਜਿਹੜਾ ਸ੍ਰੀਲੰਕਾ ਦਾ ਸੀ ਨਾ, ਉਹਦੇ ਸਹੁਰੇ ਸੀ, ਉਹਦੀ ਘਰਵਾਲੀ ਜਿਹੜੀ ਮੰਦੋਦਰੀ ਸੀ, ਉਹਦੇ ਪੇਕਿਆਂ ਦਾ ਸ਼ਹਿਰ ਹੈ। ਜੀ। ਔਰ ਉਸ ਮੰਦੋਦਰੀ ਦੇ ਪੇਕਿਆਂ ਦੇ ਸ਼ਹਿਰ ਦੇ ਵਿੱਚ ਇਸ ਵੇਲੇ ਇੱਕ ਖਾਸ ਲਹਿਰ ਜਿਹੜੀ ਆ, ਉਹ ਬਹੁਤ ਮਜ਼ਬੂਤ ਆ, ਬਹੁਤ ਚੜ੍ਹਤ ਵਿੱਚ ਆ। ਔਰ ਉਹ ਚੜ੍ਹਤ ਜਿਹੜੀ ਆ, ਸਿਰਫ ਘੱਟ ਗਿਣਤੀਆਂ ਦੇ ਖਿਲਾਫ ਨਹੀਂ, ਦਲਿਤਾਂ ਦੇ ਖਿਲਾਫ ਵੀ ਆ। ਜੀ। ਅਜੇ ਥੋੜ੍ਹਾ ਚਿਰ ਪਹਿਲਾਂ ਉਹ ਲਹਿਰ ਜਿਹੜੀ ਆ, ਉਹਦੇ ਸਿੱਟੇ ਵਜੋਂ ਗੁਜਰਾਤ ਦੇ ਵਿੱਚ ਕੁਝ ਦਲਿਤ ਕੁੱਟੇ ਗਏ ਸਨ। ਉਹਦੇ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਇੱਕ ਦਲਿਤ ਨੂੰ ਸਿਰਫ ਇਸ ਕਰਕੇ ਕੁੱਟਿਆ ਗਿਆ ਔਰ ਕੁੱਟ-ਕੱਟ ਕੇ ਜ਼ਮੀਨ 'ਤੇ ਵਿਛਾ ਦਿੱਤਾ ਗਿਆ, ਪੈਰੀਂ ਹੱਥ ਲਵਾਏ ਗਏ। ਸਿਰਫ ਕਸੂਰ ਇੰਨਾ ਸੀ ਕਿ ਉਹਨੇ ਮੋਜੜੀ ਪਾਈ ਸੀ। ਅਸੀਂ ਪਿੰਡਾਂ 'ਚ ਜੁੱਤੀ ਨੂੰ ਮੋਜੇ ਕਹਿੰਦੇ ਹੁੰਦੇ ਸੀ। ਜੀ। ਉੱਥੇ ਮੋਜੜੀ ਉੱਦਾਂ ਦੀ ਹੁੰਦੀ ਆ, ਤਿੱਲੇ ਵਾਲੀ ਜੁੱਤੀ, ਜਿਸ ਤਰ੍ਹਾਂ ਦੀ ਸਾਡੇ ਇੱਥੇ ਸ਼ੌਕੀਨ ਮੁੰਡੇ ਪਾਉਂਦੇ ਆ। ਅੱਜ ਕੱਲ੍ਹ ਵੀ ਕਈ ਲੋਕੀ ਰਾਜਸਥਾਨ ਤੋਂ ਲੈ ਕੇ ਆਉਂਦੇ ਆ। ਉਹ ਵਿਚਾਰਾ ਗਰੀਬ ਦਾ ਪੁੱਤ ਮੋਜੜੀ ਪਾ ਬੈਠਾ, ਤਿੱਲੇ ਵਾਲੀ ਜੁੱਤੀ ਪਾ ਬੈਠਾ। ਜੀ। ਵੱਡੇ ਘਰਾਂ ਵਾਲਿਆਂ ਨੇ ਇੰਨੀ ਗੱਲ ਤੋਂ ਆ ਕੇ ਕੁੱਟ-ਕੁੱਟ ਕੇ ਜ਼ਮੀਨ 'ਤੇ ਵਿਛਾ ਦਿੱਤਾ ਸੀ।
ਹਿੰਦੁਸਤਾਨ ਦਾ ਕਿਹੜਾ ਸੂਬਾ ਜਿੱਥੇ ਨਹੀਂ ਹੋਣ ਡਿਆ, ਕੋਈ ਵਿਰਲਾ ਵਾਂਝਾ ਬਚ ਗਿਆ ਹੋਵੇਗਾ। ਜੀ ਸਭ ਥਾਵਾਂ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਪਏ ਹੋਣ ਤੇ ਫਿਰ ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਆਉਂਦੀ ਆ। ਮਹਾਰਾਜ ਜੀ ਤੁਸੀਂ ਯੋਗਾ ਕਰੋ, ਸਿਹਤ ਠੀਕ ਰਹਿੰਦੀ ਆ, ਪਰ ਦੇਸ਼ ਦੀ ਸਿਹਤ, ਸਮਾਜ ਦੀ ਸਿਹਤ, ਘੱਟ ਗਿਣਤੀਆਂ ਦੀ ਸਿਹਤ, ਦੱਬੇ ਕੁਚਲਿਆਂ ਦੀ ਸਿਹਤ, ਅੱਤ ਦੇ ਪਛੜਿਆਂ ਦੀ ਸਿਹਤ, ਉਹਦਾ ਵੀ ਕਦੇ ਕਦੇ ਚੇਤਾ ਕਰੋ। ਉਹਨਾਂ ਦੇ ਵਾਸਤੇ ਵੀ ਯੋਗਾ ਕਰਦਿਆਂ ਕੋਈ ਥੋੜ੍ਹਾ ਉਹਨਾਂ ਜੋਗਾ ਟਾਈਮ ਵੀ ਕੱਢ ਲਓ। ਇਹ ਬਹੁਤ ਜ਼ਰੂਰੀ ਹੋਗਾ। ਬਿਲਕੁਲ ਸਹੀ। ਹੁਣ ਸਾਹਿਬ ਤੁਸੀਂ ਸਮਾਂ ਕੱਢਿਆ, ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਜੀ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।